ਤਾਂ ਤਸਵੀਰਾਂ ਅਸੀਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਵੱਖ-ਵੱਖ ਕੈਮਰਾ ਐਂਗਲ ਤੋਂ। ਚੰਡੀਗੜ੍ਹ ਪੰਚਕੂਲਾ ਬਾਰਡਰ ਤੋਂ ਬੈਰੀਕੇਡਿੰਗ ਕੀਤੀ ਹੋਈ ਹੈ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤੈਨਾਤ ਹੈ। ਕਿਸਾਨ ਚੰਡੀਗੜ੍ਹ ਵੱਲ ਵੱਧ ਰਹੇ ਨੇ, ਪੰਚਕੂਲਾ ਤੋਂ ਯਾਨੀ ਹਰਿਆਣਾ ਦੇ ਬਾਰਡਰ ਤੋਂ ਚੰਡੀਗੜ੍ਹ यूटी स्टेट ਵੱਲ। ਸੋ ਪੁਲਿਸ ਭਾਰੀ ਗਿਣਤੀ ਦੇ ਵਿੱਚ ਤੈਨਾਤ ਹੈ, ਪਰ ਜਿਸ ਤਰੀਕੇ ਨਾਲ ਕਿਸਾਨ ਮੋਹਾਲੀ ਬਾਰਡਰ ਤੋੜ ਕੇ ਨਿਕਲੇ ਨੇ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਇੱਥੇ ਵੀ ਕਾਫੀ ਪੁਲਿਸ ਦੀ ਕਿਸਾਨਾਂ ਦੇ ਨਾਲ ਕਸ਼ਮਕਸ਼ ਰਹਿਣ ਵਾਲੀ ਹੈ। ਵੱਖ-ਵੱਖ ਥਾਵਾਂ ਦੀਆਂ ਅਸੀਂ ਤਸਵੀਰਾਂ ਤੁਹਾਨੂੰ ਲਗਾਤਾਰ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ ਇਸ ਵੱਡੀ ਕਵਰੇਜ ਦੌਰਾਨ ਦਿਖਾ ਰਹੇ ਹਾਂ। ਮਨੋਜ ਰਾਠੀ ਸਾਡੇ ਸਹਿਯੋਗੀ ਜੁੜੇ ਹੋਏ ਨੇ ਸਾਡੇ ਨਾਲ ਮੋਹਾਲੀ ਵਾਲੇ ਪਾਸਿਓਂ, ਜਿੱਥੋਂ ਕਿਸਾਨ ਐਂਟਰ ਹੋਏ ਨੇ। ਮਨੋਜ, ਤੁਹਾਡੇ ਤੋਂ ਅਪਡੇਟ ਚਾਹਾਂਗੇ। ਮੋਹਾਲੀ ਕੁਝ ਦੇਰ ਪਹਿਲਾਂ ਬਾਰਡਰ ਤੇ ਜਿਸ ਤਰੀਕੇ ਦੀਆਂ ਤਸਵੀਰਾਂ ਨਜ਼ਰ ਆਈਆਂ ਸੀ, ਜਿਸ ਤਰੀਕੇ ਨਾਲ ਪਾਣੀ ਦੀਆਂ ਬੁਛਾਰਾਂ ਵੱਜੀਆਂ, ਪਰ ਕਿਸਾਨਾਂ ਨੇ ਉਸ ਦੀ ਪਰਵਾਹ ਨਹੀਂ ਕੀਤੀ ਔਰ ਉਹ ਅੱਗੇ ਚੰਡੀਗੜ੍ਹ 'ਚ ਦਾਖਲ ਹੋ ਗਏ। ਇਸ ਵੇਲੇ ਉਹ ਕਿੱਥੇ ਪਹੁੰਚੇ ਨੇ, किस तरीके का माहौल है, कैमरे की नज़र नाल तस्वीरां देखनियां चाहांगे, थोड़ी जुबानी पूरी स्थिति समझनी चाहांगे। और की किसान पहुंच चुके ने गवर्नर हाउस के नेड़े या किते होर भी रस्ते च बैरीकेडिंग की हुई है? देखो विजय, हुण जिहड़ा किसानां दा काफला है वो सैक्टर 22 ਜਿਹੜਾ ਰਾਉਂਡ ਅਬਾਊਟ ਹੈ ਉੱਥੇ ਪਹੁੰਚ ਚੁੱਕਾ ਹੈ ਤੇ ਤਸਵੀਰਾਂ ਇਹ ਬਿਆਨ ਕਰਦੀ ਹੈ ਕਿ ਹੁਣ ਜਿਹੜੀ ਤਾਦਾਦ ਹੈ ਕਿਸਾਨਾਂ ਦੀ ਉਹ ਲਗਾਤਾਰ ਵਧੀ ਹੈ। ਜੇ ਆਪਾਂ ਗੱਲ ਕਰੀਏ ਪਹਿਲੀ ਜਿਹੜੀ ਬੈਰੀਕੇਡਿੰਗ ਬ੍ਰੇਕ ਕੀਤੀ ਹੈ ਉੱਥੇ ਪੁਲਿਸ ਨਾਲ ਧੱਕਾ ਮੁੱਕੀ ਵੀ ਹੋਈ ਹੈ। ਜਿਹੜੇ ਟਰੈਕਟਰ ਨਾਲ ਇਹਨਾਂ ਨੇ ਜਿਹੜਾ ਬੈਰੀਕੇਡ ਲਾਏ ਸੀਗੇ ਚੰਡੀਗੜ੍ਹ ਪੁਲਿਸ ਵੱਲੋਂ, ਉਹਨਾਂ ਨੇ ਬ੍ਰੇਕ ਵੀ ਕੀਤੇ ਤੇ ਹੁਣ ਇਹ ਜਿਹੜਾ ਕਾਫਲਾ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ। ਇਹ ਸੈਕਟਰ ਮੋਹਾਲੀ ਚੰਡੀਗੜ੍ਹ ਬੈਰੀਅਰ ਤੋਂ ਲੈ ਕੇ ਸੈਕਟਰ 43 44 ਉਸ ਤੋਂ ਬਾਅਦ ਸੈਕਟਰ 35 ਹੁਣ ਇੱਥੇ ਸੈਕਟਰ 22 ਤਾਂ ਜਿਹੜਾ ਰਾਉਂਡ ਅਬਾਊਟ ਹੈ ਉਹ ਇੱਥੇ ਪਹੁੰਚ ਚੁੱਕਾ ਹੈ ਕਾਫਲਾ। ਤੇ ਕਾਫਲਾ ਜਿਹੜਾ ਹੈ ਉਹ ਲਗਾਤਾਰ ਵਧਿਆ ਹੈ ਤਾਂ ਕਿਸ ਕਹਿ ਸਕਦੇ ਕਿ ਅੱਗੇ ਜਾ ਕੇ ਪੁਲਿਸ ਇਹਨਾਂ ਨੂੰ ਰੋਕਦੀ ਹੈ ਤੇ ਅਗਰ ਇਹ ਨਹੀਂ ਰੁਕਦੇ ਤਾਂ ਇੱਕ ਵੱਡਾ ਐਕਸ਼ਨ ਪੁਲਿਸ ਵੱਲੋਂ ਜ਼ਰੂਰ ਲਿੱਤਾ ਜਾਊਗਾ, ਇਹ ਕਲੀਅਰ ਕਰ ਦਿੱਤਾ ਗਿਆ ਹੈ। ਲੇਕਿਨ ਇਹਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਅਸੀਂ ਕੋਈ ਵਾਇਲੇਸ਼ਨ ਜਿਹੜਾ ਹੈ ਉਹ ਨਹੀਂ ਕਰਨਾ ਚਾਹੁੰਦੇ, ਲੇਕਿਨ ਪੁਲਿਸ ਵੱਲੋਂ ਸਾਡੇ ਨਾਲ ਧੱਕਾ ਮੁੱਕੀ ਕੀਤੀ ਗਈ, ਇਸ ਕਰਕੇ ਅਸੀਂ ਬੈਰੀਕੇਡ ਤੋੜੇ। ਜਿਹੜੇ ਟਰੈਕਟਰਸ ਤੇ ਬੈਰੀਕੇਡਿੰਗ ਤੋੜਨ ਤੋਂ ਬਾਅਦ ਅਸੀਂ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਲਗਾਤਾਰ ਤੇ ਕੋਸ਼ਿਸ਼ ਅਸੀਂ ਕਰਾਂਗੇ। ਜਿਹੜੇ ਵੱਡੇ ਲੀਡਰਸ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਹਰਮੀਤ ਸਿੰਘ ਕਾਦੀਆਂ ਨੇ, ਉਹ ਵੀ ਸਾਡੇ ਨਾਲ ਨੇ। ਕਦੇ ਸਾਹਿਬ, ਹੁਣ ਤੁਹਾਡਾ ਜਿਹੜਾ ਕਾਫਲਾ ਹੈ ਉਹ ਲਗਾਤਾਰ ਅੱਗੇ ਵੱਧਦਾ ਜਾ ਰਿਹਾ ਹੈ, ਕੀ ਪਲੈਨਿੰਗ ਅੱਗੇ ਦੀ? ਤੁਸੀਂ ਕਿਹਾ ਸੀਗਾ ਜਿੱਥੇ ਰੋਕਾਂਗੇ ਉੱਥੇ ਜਾਓ ਜਾਣਾ। ਸਾਨੂੰ ਰੋਕਿਆ ਨਹੀਂ, ਅਸੀਂ ਜਾਈ ਜਾ ਰਹੇ ਹਾਂ ਜੀ। ਅੱਛਾ, ਉਹ ਪਹਿਲਾਂ ਬੈਰੀਕੇਡਿੰਗ 'ਚ ਰੋਕਿਆ ਸੀ ਤੁਹਾਨੂੰ? ਨਹੀਂ, ਬਾਹਲਾ ਨਹੀਂ ਰੋਕਿਆ ਕਿਸੇ ਨੇ। ਅੱਛਾ, ਇੱਦਾਂ ਹੀ ਤੁਰੇ ਜਾਂਦੇ ਸਾਨੂੰ ਤਾਂ ਐਂ ਪਤਾ ਲੱਗਾ। ਅੱਛਾ, ਤੇ ਹੁਣ ਰਣਨੀਤੀ ਕੀ ਹੈ? ਪੂਰਾ ਗਵਰਨਰ ਹਾਊਸ ਜਾਣਾ ਤੁਸੀਂ? ਹਾਂ, ਮੰਗ ਪੱਤਰ ਜਾਂ ਜਾਤ ਪੱਤਰ ਰਾਜ ਭਵਨ ਚ ਦਿੰਦੇ। ਅੱਛਾ, ਜਿਹੜੀ ਤਾਦਾਦ ਹੈ ਕਦੇ ਸਾਹਿਬ ਉਹ ਲਗਾਤਾਰ ਵੱਧਦੀ ਜਾ ਰਹੀ ਹੈ। ਲਾਅ ਐਂਡ ਆਰਡਰ ਦੀ ਪਹਿਲਾਂ ਵੀ ਤੁਸੀਂ ਗੱਲ ਸਵੇਰੀ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਲਾਅ ਐਂਡ ਆਰਡਰ ਜਿਹੜਾ ਹੈ ਉਹ ਬ੍ਰੇਕ ਨਹੀਂ ਕੀਤਾ ਜਾਊਗਾ। ਬਿਲਕੁਲ ਬ੍ਰੇਕ ਨਹੀਂ ਕੀਤਾ ਜਾ ਰਿਹਾ, ਸ਼ਾਂਤਮਈ ਜਾ ਰਿਹਾ ਸਾਰੇ, ਤੁਸੀਂ ਕਵਰ ਕਰ ਸਕਦੇ ਹੋ। ਠੀਕ ਹੈ, ਤੇ ਹੁਣ ਅਗਲੀ ਰਣਨੀਤੀ ਕੀ ਹੈ? ਡੈਲੀਗੇਸ਼ਨ ਹੀ ਗਵਰਨਰ ਨੂੰ ਜਿਹੜਾ ਮੰਗ ਪੱਤਰ ਦੇਗਾ ਜਾਂ ਚੰਡੀਗੜ੍ਹ ਪੁਲਿਸ ਦੀ ਇਸ ਕਾਰਵਾਈ ਨੂੰ ਕਿਸ ਲਿਹਾਜ਼ ਨਾਲ ਦੇਖਦੇ ਆ ਜਿਹੜਾ ਇਹਨਾਂ ਤੇ ਪਾਣੀ ਦੀਆਂ ਬੁਛਾਰਾਂ ਮਾਰੀਆਂ ਗਈਆਂ? ਆਪਣੇ ਯਾਦ ਪੱਤਰ ਦਊਗਾ ਚੰਡੀਗੜ੍ਹ ਪੁਲਿਸ ਦੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਾਰਜਪ੍ਰਣਾਲੀ ਤੇ? ਕਿਉਂਕਿ ਜਿਹੜਾ ਉੱਥੇ ਬੈਰੀਕੇਡਿੰਗ 'ਚ ਦੇਖਿਆ ਗਿਆ ਜਿਹੜੀ ਪੁਲਿਸ ਨਾਲ ਧੱਕਾ ਮੁੱਕੀ ਵੀ ਹੋਈ, ਵੈਟਰ ਕੈਨਨ ਵੀ ਜਿਹੜਾ ਹੈਗੇ ਉਹ ਯੂਜ਼ ਕੀਤੇ ਗਏ ਤੁਹਾਡੇ ਤੋਂ। ਮੈਂ ਤਾਂ ਪਿੱਛੋਂ ਤੁਰਦਾ ਆ ਰਿਹਾ ਜੀ, ਸਾਨੂੰ ਤਾਂ ਖੁੱਲ੍ਹਾ ਹੀ ਮਿਲਿਆ ਸਾਰਾ। ਅੱਛਾ, ਤੁਸੀਂ ਦੇਖਿਆ ਨਹੀਂ ਉੱਥੇ ਜਿਹੜਾ ਵੀ ਹੋਇਆ? ਨਹੀਂ, ਮੈਂ ਨਹੀਂ ਉਸ ਨੂੰ ਦੇਖਿਆ, ਤੁਰ ਕੇ ਆ ਰਹੇ ਹਾਂ ਸੰਗਤ ਦੇ ਵਿੱਚ। ਅੱਛਾ, ਤੇ ਹੁਣ ਸਰ ਕਿਉਂਕਿ ਚੰਡੀਗੜ੍ਹ ਤਾਂ ਤੁਸੀਂ ਐਂਟਰ ਹੋ ਹੀ ਲਿਓ, ਤੇ ਹੁਣ ਜਿਹੜਾ ਕਾਫਲਾ ਹੈ ਉਹ ਕਿੱਥੇ ਜਾ ਕੇ ਰੁਕੂਗਾ? ਗਵਰਨਰ ਹਾਊਸ ਦੇ ਬਿਲਕੁਲ ਘਰ ਦੇ ਸਾਹਮਣੇ, ਰਾਜ ਭਵਨ ਦੇ ਬਿਲਕੁਲ ਸਾਹਮਣੇ, ਆ ਕਿਸ ਤਰ੍ਹਾਂ? ਸਾਡਾ ਜਿਹੜਾ ਯਾਦ ਪੱਤਰ ਆ ਉਹ ਤਾਂ ਰਾਜ ਭਵਨ ਹੀ ਦੇਣਾ। ਠੀਕ ਹੈ, ਤੇ ਜਿੱਥੇ ਵੀ ਸਾਨੂੰ ਰੋਕ ਲੈਣਗੇ, ਇਹ ਹੁਣ ਸਰਕਾਰ ਤੇ ਆਵਾਮ ਦੇ ਵਿੱਚ ਆ। ਠੀਕ ਹੈ, ਰੋਕਿਆ ਤਾਂ ਸੀਗਾ ਤੁਹਾਨੂੰ, ਲੇਕਿਨ ਰੋਕਿਆ ਨਹੀਂ ਤੁਸੀਂ? ਨਹੀਂ, ਰੋਕਿਆ ਨਹੀਂ ਇੰਨਾ ਜ਼ਿਆਦਾ। ਮਨੋਜ ਇਹਨਾਂ ਤੋਂ ਇੱਕ ਸਵਾਲ ਇਹ ਵੀ ਹੈ, ਕਾਦੀਆਂ ਸਾਹਿਬ ਲਗਾਤਾਰ ਜਿਹੜੇ ਵਿਚਰਦੇ ਰਹੇ ਨੇ ਕਿਸਾਨੀ ਅੰਦੋਲਨ ਦੇ ਵਿੱਚ 7 ਮਹੀਨੇ ਅੱਜ ਹੋ ਚੁੱਕੇ ਹੈ। 7 ਮਹੀਨਿਆਂ 'ਚ ਇਹਨਾਂ ਦੀ ਕੋਈ ਗੱਲਬਾਤ ਇਹਨਾਂ ਨੂੰ ਸਿਰੇ ਲੱਗਦੀ ਨਜ਼ਰ ਆ ਰਹੀ ਹੈ? ਕਦੇ ਸਾਹਿਬ, ਇੱਕ ਸਵਾਲ ਆਇਆ ਸਾਡੇ ਵਿਜੇ ਬਰਾੜ ਜੀ ਨੇ ਪੁੱਛਿਆ ਹੈ ਕਿ 7 ਮਹੀਨੇ ਹੋ ਚੱਲੇ ਨੇ ਲਗਾਤਾਰ ਤੁਸੀਂ ਸੰਘਰਸ਼ ਕਰ ਰਹੇ ਹੋ, ਤੁਹਾਨੂੰ ਲੱਗਦਾ ਹੈ ਕਿਤੇ ਨਾ ਕਿਤੇ ਹੁਣ ਸਿਰੇ ਤੱਕ ਕੋਈ ਗੱਲ ਪਹੁੰਚੀ ਹੈ ਜਾਂ ਪਹੁੰਚਣ ਦੀ ਉਮੀਦ ਹੈ? ਕਿਉਂਕਿ ਜਨਵਰੀ ਤੋਂ ਬਾਅਦ ਜਿਹੜੀ ਵੀ ਗੇਟ ਦੀ ਮੀਟਿੰਗ ਹੋਈ ਹੈ 11 ਦੀ 12 ਦੀ, ਉਸ ਤੋਂ ਬਾਅਦ ਦੀ ਸਿਚੁਏਸ਼ਨ ਦੇਖੋ, ਉਦੋਂ ਬਾਅਦ ਗੱਲ ਹੀ ਨਹੀਂ ਹੋਈ। ਪ੍ਰਧਾਨ ਮੰਤਰੀ ਦੇ ਪਾਰਲੀਮੈਂਟ ਫਿਰ ਉਹ ਦੁਆਰਾ ਗੱਲ ਕਹਿਣੀ ਪੈਂਦੀ ਹੈ ਵੀ 1 ਮਿੰਟ ਦੀ ਕਾਲ। ਫਿਰ ਸਾਡੀ 21 ਤਰੀਕ ਨੂੰ ਲਿਖੀ ਹੋਈ ਚਿੱਠੀ ਉਹ ਮਹੀਨੇ ਤੋਂ ਉੱਪਰ ਟੱਪ ਗਈ। ਅੱਜ 26 ਤਰੀਕ, 7 ਮਹੀਨੇ ਹੋ ਗਏ ਦਿੱਲੀ ਗਿਆ ਨੂੰ। ਲੋਕਤੰਤਰ ਕਿੱਥੇ ਆ? ਆ ਲੋਕ ਇਕੱਠੇ ਹੋਏ ਆ, ਆਪਣੀ ਆਵਾਜ਼ ਕਰਨ ਇਕੱਠੇ ਆ ਸ਼ਾਂਤਮਈ ਤਰੀਕੇ ਨਾਲ। 7 ਮਹੀਨੇ ਤੋਂ ਉੱਪਰ ਅਸੀਂ ਆਪਣਾ ਅੰਦੋਲਨ ਚਲਾਉਂਦੇ ਹੋ ਗਏ, ਜਿਹੜਾ ਵਿਸ਼ਵ 'ਚ ਜਾ ਚੁੱਕੇ ਆ, ਤੇ ਡੈਮੋਕ੍ਰੈਟਿਕ ਵੇ ਨਾਲ ਅਸੀਂ ਆਪਣੀ ਹੱਕ ਮੰਗ ਰਹੇ ਹਾਂ। ਉਹ ਹੱਕ ਬਾਰੇ ਗੱਲ ਹੀ ਨਹੀਂ ਕੀਤੀ ਜਾ ਰਹੀ। ਸਰਕਾਰ ਕਹਿੰਦੀ ਹੈ ਸਾਡੇ ਨਾਲ ਗੱਲਬਾਤ ਤਿਆਰ ਆ। ਕੱਲ ਤੋਮਰ ਜੀ ਦਾ ਬਿਆਨ ਆਇਆ, ਅਸੀਂ ਟੇਬਲ ਟਾਕ ਤੇ ਬੈਠਣ ਨੂੰ ਤਿਆਰ ਆ, ਭੱਜੇ ਹੋ ਨੇ। ਠੀਕ ਹੈ, ਤੋਮਰ ਜੀ ਦਾ ਬਿਆਨ ਆਇਆ, ਉਹ ਕਹਿ ਰਹੇ ਕਹਿੰਦੇ ਸਰਕਾਰ ਗੱਲਬਾਤ ਕਰਨ ਨੂੰ ਤਿਆਰ ਹੈ, ਪ੍ਰਧਾਨ ਜਿਹੜੇ ਹੈਗੇ ਉਹ ਕਰਨ ਨੂੰ ਤਿਆਰ ਹੈ। ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਬਿਲਕੁਲ ਅਸੀਂ ਤਿਆਰ ਹਾਂ, ਬੁਲਾਉਣ
ਟੇਬਲ ਟਾਕ ਕਰਨ। ਪਹਿਲਾਂ ਤਾਂ 11 ਮੀਟਿੰਗਾਂ 'ਚੋਂ ਹਾਰ ਚੁੱਕੇ ਨੇ, ਦੁਬਾਰਾ ਬੈਠਣ ਤੋਂ ਭੱਜੇ ਨੇ। ਜੇ ਤਿਆਰ ਨੇ ਤਾਂ ਅਸੀਂ ਬੈਠੋ ਤਿਆਰ ਆ ਹਰ ਤੱਤ ਤੇ ਫਿਰ ਗੱਲ ਕਰ ਲੈਣ। ਇੱਕ ਪਾਸੇ ਹਰਿਆਣਾ ਉੱਥੋਂ ਆ ਰਹੇ ਸਾਰੇ ਬੈਰੀਕੇਡਿੰਗ ਮਨੋਜ ਉਹਨਾਂ ਨੇ ਇਹ ਵੀ ਬਿਆਨ ਦਿੱਤਾ ਹੈ, ਤੋਮਰ ਸਾਹਿਬ ਨੇ ਵੀ ਕਿਸਾਨ ਕੋਈ ਬਦਲਵਾਂ ਪ੍ਰਸਤਾਵ ਦੇ, ਕੀ ਕਿਸਾਨ ਇਸ ਬਾਰੇ ਸੋਚਦੇ ਆ ਬਦਲਵੇਂ ਪ੍ਰਸਤਾਵ ਹੋ ਰਿਹਾ, ਲਖਨਊ 'ਚ ਵੀ ਹੋ ਰਿਹਾ, ਜੈਪੁਰ 'ਚ ਵੀ ਹੋ ਰਿਹਾ, ਸਾਰੇ ਕਿਤੇ ਰਿਪੋਰਟਾਂ ਆ ਰਹੀਆਂ ਨੇ ਤੇ ਜਿੱਥੇ ਵੀ ਰੋਕਿਆ ਜਾਂਦਾ ਸ਼ਾਂਤਮਈ ਤਰੀਕੇ ਨਾਲ ਗਾਂਧੀ ਸਾਹਿਬ ਇੱਕ ਬਿਆਨ ਹੋਰ ਦਿੱਤਾ ਤੋਮਰ ਨੇ ਕਿ ਉਹ ਕਹਿੰਦੇ ਕਿ ਵੀ ਕੋਈ ਬਦਲਾਵ ਜਿਹੜਾ ਹੈਗਾ ਉਹ ਪ੍ਰਸਤਾਵ ਦੇਣ ਕਿਸਾਨ ਜਿਹੜੇ ਹੈਗੇ। ਦੇਖੋ ਉਹਨਾਂ ਦੇ ਕੋਲ ਅਫਸਰ ਨੇ, ਉਹਨਾਂ ਕੋਲ ਕਮੇਟੀਆਂ ਨੇ, ਉਹਨਾਂ ਕੋਲ ਸਾਰਾ ਪਹਿਲਾਂ ਕਹਿੰਦੇ ਕਿਸਾਨਾਂ ਨੂੰ ਤਾਂ ਸਮਝ ਹੀ ਨਹੀਂ ਆਇਆ ਇਹ, ਪਹਿਲਾਂ ਗਏ ਵੀ ਅਨਪੜ੍ਹ ਨੇ, ਹੁਣ ਕਹਿੰਦੇ ਪ੍ਰਸਤਾਵ ਦੇਣ। ਪ੍ਰਸਤਾਵ ਆਪ ਤਿਆਰ ਕਰ ਲੈਣ। ਹਰ ਚੀਜ਼ ਦੀ ਆਪਣਾ ਪਹਿਲਾਂ ਫਸਟ ਪ੍ਰੈਫਰੈਂਸ, ਸੈਕੰਡ ਪ੍ਰੈਫਰੈਂਸ, ਥਰਡ ਪ੍ਰੈਫਰੈਂਸ ਹੁੰਦੀ ਆ। ਸਰਕਾਰ ਆਪਣੀ ਕੋਈ ਲੈ ਕੇ ਆਵੇ, ਪਹਿਲਾਂ ਲੈ ਕੇ ਆਏ ਸੀਗੇ 1.5 ਸਾਲ ਲਈ, ਨਹੀਂ ਸਾਨੂੰ ਮਨਜ਼ੂਰ ਕੋਈ ਹੋਰ ਲੈ ਕੇ ਆ ਜਾਵੇ। ਠੀਕ ਹੈ, ਤੇ ਹੋਰ ਦੂਜਾ ਜਿਹੜਾ ਪ੍ਰਸਤਾਵ ਸਰਕਾਰ ਲੈ ਕੇ ਆਂਦੀ ਤਾਂ ਉਹਦੇ ਤੁਸੀਂ ਗੱਲਬਾਤ ਕਰਨ ਨੂੰ ਜਾਂ ਫਿਰ ਸੋਚਣ ਨੂੰ ਤੁਸੀਂ ਕਰ ਸਕਦੇ ਹੋ। ਜਿਹੜਾ ਵੀ ਪ੍ਰਸਤਾਵ ਲੈ ਕੇ ਆਂਦੀ ਆ ਉਹ ਤੇ ਗੱਲ ਤਾਂ ਕਰ ਸਕਦੇ ਹਾਂ। ਠੀਕ ਹੈ, ਗੱਲ ਹੋਊਗੀ, ਤਿਆਰ ਆ ਸਾਰੇ। ਮਨੋਜ ਇੱਕ ਸਵਾਲ ਕਾਦੀਆਂ ਸਾਹਿਬ ਤੋਂ ਹੋ ਰਿਹਾ ਹੈ, ਜ਼ਰੂਰੀ ਪੁੱਛਣਾ। ਇਸ ਵੇਲੇ ਪੰਜਾਬ ਦੇ ਵਿੱਚ ਬੜੀਆਂ ਥਾਵਾਂ ਤੇ ਪ੍ਰੋਟੈਸਟ ਹੋ ਰਹੇ ਨੇ, ਜਿਵੇਂ ਕਾਦੀਆਂ ਸਾਹਿਬ ਕਹਿ ਰਹੇ ਨੇ ਵੀ ਅਸੀਂ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਹਾਂ, ਪਰ ਜਿਹੜੇ ਪੰਜਾਬ ਬੀਜੇਪੀ ਦੇ ਨੇਤਾ ਨੇ ਜਿਨ੍ਹਾਂ ਦੀਆਂ ਗੱਡੀਆਂ ਰੋਕੀਆਂ ਗਈਆਂ ਜਾਂ ਕਈ ਗੱਡੀਆਂ ਦੇ ਸ਼ੀਸ਼ੇ ਵੀ ਟੁੱਟ ਗਏ, ਉਹ ਕਹਿੰਦੇ ਆ ਕਿਸਾਨ ਸ਼ਾਂਤਮਈ ਪ੍ਰੋਟੈਸਟ ਨਹੀਂ ਕਰ ਰਹੇ, ਕਿਸਾਨ ਧੱਕਾ ਮੁੱਕੀ ਔਰ ਗੁੰਡਾਗਰਦੀ ਕਰ ਰਹੇ ਆ। ਪੰਜਾਬ ਬੀਜੇਪੀ ਦੇ ਲੀਡਰ ਇਹ ਕਹਿ ਰਹੇ ਨੇ ਜਿਨ੍ਹਾਂ ਦੀਆਂ ਗੱਡੀਆਂ ਰੋਕੀਆਂ ਗਈਆਂ ਸੀ। ਕਾਦੀਆਂ ਸਾਹਿਬ ਇੱਕ ਸਵਾਲ ਹੋਰ ਆਇਆ ਤੁਹਾਡੇ ਤੇ ਕਿ ਜਿਹੜੇ ਬੀਜੇਪੀ ਲੀਡਰਸ ਨੇ, ਤੁਸੀਂ ਕਹਿ ਰਹੇ ਹੋ ਪੰਜਾਬ 'ਚ ਸ਼ਾਂਤੀਮਈ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ, ਲੇਕਿਨ ਪੰਜਾਬ ਵਿੱਚ ਜਿਹੜੇ ਬੀਜੇਪੀ ਲੀਡਰਸ ਹੈ ਉਹਨਾਂ ਦੀ ਗੱਡੀਆਂ ਤੇ ਉਹ ਕਹਿੰਦੇ ਹਮਲੇ ਹੋ ਰਹੇ, ਐਲੀਗੇਸ਼ਨ ਲਾ ਰਹੇ ਨੇ ਕਿ ਇਹ ਕਿਸ ਤਰ੍ਹਾਂ ਦਾ ਸ਼ਾਂਤੀਮਈ ਪ੍ਰਦਰਸ਼ਨ ਹੈ ਸਾਡੀ ਗਲੀਆਂ ਦੇ। ਹਮਲੇ ਨਹੀਂ ਹੋ ਰਹੇ, ਉਹਨਾਂ ਨੂੰ ਕਾਲੇ ਝੰਡੇ ਦਿਖਾਏ ਜਾ ਰਹੇ ਆ। ਉਹ ਸਿੱਧਪੁਰ 'ਚ ਵੱਲੇ ਪਾਸ ਆ, ਕਾਲੇ ਝੰਡੇ ਕਰਕੇ ਉਹਨਾਂ ਦਾ ਵਿਰੋਧ ਹੋ ਰਿਹਾ, ਕੋਈ ਕਾਲੇ ਕਾਨੂੰਨ ਉਹਨਾਂ ਨੇ ਬਣਾਇਆ, ਉਹਦਾ ਵਿਰੋਧ ਹੋ ਰਿਹਾ। ਉਹ ਆਪਣਾ ਵਿਰੋਧ ਜ਼ਾਹਿਰ ਕਰਦੇ ਆ ਸ਼ਾਂਤਮਈ ਤਰੀਕੇ ਨਾਲ, ਕਾਲੇ ਝੰਡੇ ਦਿਖਾਉਂਦੇ ਆ। ਸਿਰਫ ਉਹਨਾਂ ਦਾ ਪ੍ਰੋਗਰਾਮ ਹੁੰਦਾ ਉੱਥੇ ਇਕੱਠੇ ਹੋ ਕੇ ਕਾਲੇ ਝੰਡੇ ਦਿਖਾਉਂਦੇ, ਉਹਨਾਂ ਨੂੰ ਨਹੀਂ ਕਰਾਉਣਾ ਚਾਹੁੰਦੇ। ਤੇ ਵਿਜੇ ਬਿਲਕੁਲ ਜਿਹੜੇ ਲੀਡਰਸ ਨੇ, ਕਿਸਾਨ ਜਿਹੜੇ ਲੀਡਰਸ ਨੇ ਉਹਨਾਂ ਵੱਲੋਂ ਇੱਕ ਬਿਆਨ ਹੋਰ ਜੀ, ਇੱਕ ਬਿਆਨ ਹੋਰ ਮਨੋਜ, ਜਿਹੜਾ ਪਿਛਲੇ ਦਿਨੀ ਇੱਕ ਇਹ ਚਰਚਾ ਹੋਈ ਸੀ ਵੀ ਸਿਆਸੀ ਆਗੂਆਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਜਾਂ ਸਿਆਸੀ ਆਗੂਆਂ ਦਾ ਵਿਰੋਧ ਕਰਨਾ ਹੈ, ਕਿ ਉਸ ਨੂੰ ਲੈ ਕੇ ਹੁਣ ਕੀ ਇਸ ਵੇਲੇ ਕਿਸਾਨ ਯੂਨੀਅਨਾਂ ਜਾਂ ਜਥੇਬੰਦੀਆਂ ਦਾ ਵਿਊ ਪੁਆਇੰਟ ਹੈ, ਉਹ ਵੀ ਕਾਦੀਆਂ ਸਾਹਿਬ ਅਗਰ ਦੱਸ ਸਕਣ ਤਾਂ, ਜਾਂ ਸਿਰਫ ਬੀਜੇਪੀ ਨੇਤਾਵਾਂ ਦਾ ਹੀ ਵਿਰੋਧ ਕਰਨਾ ਹੈ। ਕਿਸਾਨਾਂ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਜਿਹੜੇ ਵੀ ਸਿਆਸੀ ਆਗੂ ਹੈ ਉਹਨਾਂ ਨੂੰ ਪਿੰਡ 'ਚ ਵੜਨ ਨਹੀਂ ਦਿੱਤਾ ਜਾਊਗਾ, ਜਿਹੜੇ ਵੀ ਵੋਟ ਮੰਗਣੇ ਆਣੇ ਜਾਂ ਫਿਰ ਕਿਉਂਕਿ ਇਲੈਕਸ਼ਨ ਦਾ ਟਾਈਮ ਹੈ। ਹੁਣ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹ ਸਾਰੀ ਜਿਹੜੀ ਤੁਸੀਂ ਓਬਵੀਅਸਲੀ ਸਾਰਿਆਂ ਨੂੰ ਕਿਹਾ ਹੈ ਕਿ ਸਿਆਸੀ ਆਗੂ ਜਿਹੜਾ ਵੋਟ ਮੰਗਣੇ ਆਉਂਦਾ ਹੈ ਪਿੰਡਾਂ 'ਚ ਆਉਂਦਾ ਉਹਨਾਂ ਨੂੰ ਵੜਨ ਨਹੀਂ ਦਿੰਦੇ, ਹਾਲੇ ਪਰਹੇਜ਼ ਕੀਤਾ ਜਾਵੇ, ਇਹੀ ਜਾਂ ਸਿਰਫ ਬੀਜੇਪੀ ਵਾਲਿਆਂ ਦਾ ਵਿਰੋਧ ਕਰਨਾ, ਬਾਕੀ ਦੁਆਰਾ ਬੱਤੀ ਮੈਂ ਜਾਂ ਸਿਰਫ ਬੀਜੇਪੀ ਵਾਲਿਆਂ ਦਾ ਹੀ ਨਹੀਂ, ਬੀਜੇਪੀ ਵਾਲਾ ਨਹੀਂ। ਉਸ ਤੋਂ ਬਾਅਦ ਇੱਕ ਵਾਰੀ ਆਇਆ ਸੀ ਕਮੇਟੀ 'ਚ ਪਾਸ ਹੋਇਆ ਸੀ, ਮੈਂ ਖੁਦ ਬਿਆਨ ਦਿੱਤਾ ਸੀਗਾ, ਮੈਂ ਆਪਣੇ ਬਿਆਨ ਤੇ ਖੜਾ ਵਾਂ। ਦੁਆਰਾ ਬੱਤੀ ਜਥੇਬੰਦੀ ਜਦ ਤੱਕ ਮੀਟਿੰਗ ਨਹੀਂ ਹੁੰਦੀ ਅਸੀਂ ਹਾਲੇ ਉਹ ਕਾਰਵਾਈ ਕਰ ਰਹੇ ਹਾਂ ਵੀ ਹਾਲੇ ਸੰਕੋਚ ਕੀਤਾ ਜਾਵੇ। ਸਾਡੀ ਲੜਾਈ ਇੱਕ ਆਖਰੀ ਪੜਾਅ ਤੇ ਲੱਗਦੀ ਹੈ ਵੀ ਆਈ ਹੋਈ ਆ, ਹੁਣ ਆ ਕੇ ਇਲੈਕਟਰਲ ਪੋਲਿਟਿਕਸ ਕਰਕੇ ਸਾਡੀ ਪਿੰਡ ਦੀ ਭਾਈਚਾਰਾ ਨਾਲ ਤਬਾਹ ਕੀਤਾ ਜਾਵੇ। ਅਸੀਂ ਇਕਜੁੱਟ ਹੋ ਕੇ ਆਪਣੇ ਲਾਅ ਦੇ ਉਲਟ ਲੜ ਰਹੇ ਹਾਂ, ਆਪਣੀ ਜਿਹੜੀ ਆਰਥਿਕ ਲੜਾਈ ਆ ਉਹ ਲੜ ਰਹੇ ਹਾਂ। ਯੂਪੀ ਦਾ ਇਲੈਕਸ਼ਨ ਵੀ ਨੇੜੇ ਹੈ, ਪੰਜਾਬ ਦਾ ਇਲੈਕਸ਼ਨ ਵੀ ਨੇੜੇ ਹੈ, ਹੁਣ ਤੁਹਾਡੀ ਕਿਸ ਤਰ੍ਹਾਂ ਦੀ ਰਣਨੀਤੀ ਜਿਹੜੀ ਹੈ ਉਹ ਤਿਆਰ ਕੀਤੀ ਜਾ ਰਹੀ ਹੈ? ਸਾਡੀ ਪਹਿਲਾ ਤੇ ਅਖੀਰਲੀ ਲੜਾਈ ਸਾਡੀ ਇਹ ਕਾਨੂੰਨ ਆ, ਜਦ ਤੱਕ ਇਹ ਨਹੀਂ ਹੱਲ ਹੁੰਦੇ ਇਸ ਤੋਂ ਸੈਕੰਡਰੀ ਫਿਰ ਅਗਲੀ ਗੱਲਾਂ। ਤੇ ਵਿਜੇ ਇਹ ਲਗਾਤਾਰ ਜਿਹੜੇ ਹੈ ਜਿਹੜੇ ਲੀਡਰਸ ਨੇ, ਕਿਸਾਨ ਲੀਡਰਸ ਹੈ ਬੀਜੇਪੀ, ਹਾਲਾਂਕਿ ਇਹਨਾਂ ਨੇ ਕਿਹਾ ਹੈ ਕਿ ਸਾਡੇ ਹਜੇ ਤੱਕ ਸਟੈਂਡ ਅਸੀਂ ਕਰਦੇ ਹਾਂ ਕਿ ਕਿਸ ਤਰ੍ਹਾਂ ਦੀ ਅਸੀਂ ਰਣਨੀਤੀ ਤਿਆਰ ਕਰਨੀ ਹੈ, ਲੇਕਿਨ ਅੱਜ ਦਾ ਜਿਹੜਾ ਪ੍ਰੋਟੈਸਟ ਹੈ, ਅੱਜ ਦਾ ਜਿਹੜਾ ਪ੍ਰਦਰਸ਼ਨ ਹੈ ਉਹ ਲਗਾਤਾਰ ਤੁਸੀਂ ਵੇਖ ਰਹੇ ਹੋ, ਜਿਹੜੀ ਤਸਵੀਰਾਂ ਵੀ ਲਗਾਤਾਰ ਤੁਸੀਂ ਵੇਖ ਰਹੇ ਹੋ, ਜਿਹੜੇ ਕਿਸਾਨ ਲੀਡਰ ਹੈ ਉਹ ਵੀ ਲਗਾਤਾਰ ਬਿਆਨ ਦਿੰਦੇ ਨਜ਼ਰ ਆ ਰਹੇ ਨੇ ਕਿ ਉਹ ਅਸੀਂ ਗੱਲਬਾਤ ਕਰਾਂਗੇ ਜਦ ਉਹ ਅੱਗੇ ਕੋਈ ਗੱਲਬਾਤ ਜਿਹੜੀ ਸ਼ੁਰੂ ਕਰਦੇ ਤਾਂ ਹੀ ਅਸੀਂ ਗੱਲਬਾਤ ਕਰਾਂਗੇ। ਲੇਕਿਨ ਜਿਹੜਾ ਅੱਜ 7 ਮਹੀਨੇ ਪੂਰੇ ਹੋ ਚੱਲੇ ਨੇ ਉਹਨੂੰ ਵੇਖਦੇ ਹੋਏ ਜਿਹੜਾ ਪੀਸਫੁਲ ਮਾਰਚ ਹੈ, ਜਿਹੜਾ ਮੰਗ ਪੱਤਰ ਹੈ, ਜਿਹੜਾ ਰੋਸ ਪੱਤਰ ਹੈ ਉਹ ਗਵਰਨਰ ਨੂੰ ਅੱਜ ਦੇ ਕੇ ਇੱਥੇ ਜਿਹੜਾ ਚੰਡੀਗੜ੍ਹ ਪਹੁੰਚੇ ਨੇ। ਹਾਲਾਂਕਿ ਉਸ ਪਾਸੇ ਪੰਚਕੂਲਾ ਪਾਸੇ ਜਿਹੜਾ ਹੈ ਹਰਿਆਣਾ ਦੇ ਜਿਹੜੇ ਕਿਸਾਨ ਆਗੂ ਹੈ ਤੇ ਮੋਹਾਲੀ ਪਾਸੋਂ ਚੰਡੀਗੜ੍ਹ ਇੰਟਰ ਜਿਹੜਾ ਹੈ ਉਹ ਹੋ ਚੱਲੇ ਨੇ ਤੇ ਲਗਾਤਾਰ ਤਸਵੀਰਾਂ ਗਰਾਊਂਡ ਜ਼ੀਰੋ ਤੇ ਤੁਸੀਂ ਵੇਖ ਰਹੇ ਹੋ ਕਿ ਜਿਹੜਾ ਕਾਫਲਾ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਹੁਣ ਸੈਕਟਰ 22 ਵੀ ਜਿਹੜਾ ਹੈ ਉਹ ਤੁਸੀਂ ਤਸਵੀਰਾਂ ਦਿਖਾਉਂਦੇ ਰਹੋ, ਆਪਾਂ ਗੱਲਬਾਤ ਕਰਦੇ ਰਵਾਂਗੇ। ਤਸਵੀਰਾਂ ਤੁਸੀਂ ਨਾਲ ਕੈਮਰੇ ਜ਼ਰੀਏ ਕੈਮਰਾਮੈਨ ਨੂੰ ਕਵਾਂਗੇ ਕਿ ਮੂਵਮੈਂਟ ਕਰਕੇ ਤਸਵੀਰਾਂ ਦਿਖਾਉਂਦੇ ਰਹਿਣ। ਮੈਂ ਇੱਕ ਚੀਜ਼ ਮਨੋਜ ਮੈਂ ਹੋਰ ਜਾਨਣਾ ਚਾਹੂੰਗਾ, ਤੁਸੀਂ ਚੰਡੀਗੜ੍ਹ ਦੇ ਵਿੱਚ ਜਿੰਨੇ ਵੀ ਪ੍ਰੋਟੈਸਟ ਹੁੰਦੇ ਨੇ ਲਗਾਤਾਰ ਉਹਨਾਂ ਨੂੰ ਕਵਰ ਕਰਦੇ ਹੋ। ਗਵਰਨਰ ਹਾਊਸ ਵੀ ਬਹੁਤ ਸਾਰੇ ਪ੍ਰੋਟੈਸਟ ਆਪਾਂ ਕਵਰ ਕਰਦੇ ਰਹੇ ਹਾਂ। ਗਵਰਨਰ ਹਾਊਸ ਦਾ ਜਿਹੜਾ ਰਾਉਂਡ ਅਬਾਊਟ ਹੈ, ਪੁਲਿਸ ਉੱਥੇ ਵੀ ਬੜੀ ਸਖਤ ਬੈਰੀਕੇਡਿੰਗ ਕਰਕੇ ਰੱਖਦੀ ਹੈ। ਸੋ ਅੱਜ ਵੀ ਉਮੀਦ ਹੈ ਕਿ ਗਵਰਨਰ ਹਾਊਸ ਦੇ ਰਾਉਂਡ ਅਬਾਊਟ ਤੇ ਵੀ ਬਿਲਕੁਲ ਰਾਜ ਭਵਨ ਦੇ ਜਿਹੜੇ ਦੋਨੇ ਰਾਜ ਭਵਨ ਪੈਂਦੇ ਨੇ, ਹਰਿਆਣਾ ਦਾ ਤੇ ਪੰਜਾਬ ਦਾ, ਦੋਨਾਂ ਰਾਜ ਭਵਨ ਦੇ ਜਿਹੜਾ ਉਹ ਸਾਂਝਾ ਰਾਉਂਡ ਅਬਾਊਟ ਹੈ, ਉੱਥੇ ਬੈਰੀਕੇਡਿੰਗ ਕਾਫੀ ਤਗੜੇ ਤਰੀਕੇ ਨਾਲ ਕੀਤੀ ਜਾਂਦੀ ਹੈ। ਸੋ ਅੱਜ ਵੀ ਕੀਤੀ ਗਈ ਹੈ, ਜੇ ਜਾਣਕਾਰੀ ਤੁਹਾਡੇ ਤੱਕ ਪਹੁੰਚੀ ਹੋਵੇ। ਬਿਲਕੁਲ ਵਿਜੇ, ਜਿਹੜਾ ਗਵਰਨਰ ਹਾਊਸ ਹੈ ਉਹਦੇ ਬਿਲਕੁਲ ਜਿਹੜਾ ਰਾਉਂਡ ਅਬਾਊਟ ਹੈ, ਇੱਕ ਸਾਈਡ ਹਰਿਆਣਾ ਦਾ ਜਿਹੜਾ ਰਾਜ ਭਵਨ ਹੈ ਤੇ ਦੂਜੇ ਪਾਸੇ
ਪੰਜਾਬ ਰਾਜ ਭਵਨ ਹੈ, ਯਾਨੀ ਕਿ ਦੋਵੇਂ ਜਿਹੜੇ ਗਵਰਨਰ ਨੇ ਉੱਥੇ ਰਹਿੰਦੇ ਆ। ਤੇ ਅੱਜ ਜਿਹੜਾ ਇਹ ਸਾਰੀ ਚੀਜ਼ਾਂ ਦੇਖਦੇ ਹੋਏ ਪੂਰਾ ਜਿਹੜਾ ਫੋਰਸ ਹੈ ਉਹ ਲਾ ਦਿੱਤੀ ਗਈ ਹੈ। ਪੂਰੀ ਜਿਹੜੀ ਗਵਰਨਰ ਹਾਊਸ ਦੇ ਨੇੜੇ ਪੂਰੀ ਬੈਰੀਕੇਡਿੰਗ ਪੂਰੀ ਕਰ ਦਿੱਤੀ ਗਈ ਹੈ। ਲਾਅ ਐਂਡ ਆਰਡਰ ਨੂੰ ਵੇਖਦੇ ਹੋਏ ਕੱਲ ਇਹ ਸਾਰਾ ਡਿਸੀਜਨ ਲਿੱਤਾ ਗਿਆ ਸੀਗਾ। ਜਿਹੜੇ ਐਸਐਸਪੀ ਮੋਹਾਲੀ, ਐਸਐਸਪੀ ਚੰਡੀਗੜ੍ਹ, ਇਹਨਾਂ ਦੀ ਜਿਹੜੀ ਮੀਟਿੰਗ ਹੋਈ ਸੀ, ਸਾਡੀ ਵੀ ਗੱਲਬਾਤ ਹੋਈ ਹੈ। ਜਿਹੜੇ ਐਸਐਸਪੀ ਚੰਡੀਗੜ੍ਹ ਦੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਸੀ। ਉਹਨਾਂ ਦੇ ਕਹਿਣਾ ਕਿ ਪੂਰਾ ਜਿਹੜਾ ਬੈਰੀਕੇਡਿੰਗ ਪੰਜਾਬ ਗਵਰਨਰ ਹਾਊਸ ਦੇ ਨੇੜੇ ਤੇੜੇ ਪੂਰੀ ਚੰਡੀਗੜ੍ਹ ਪੁਲਿਸ ਦੀ ਜਿਹੜੀ ਬੈਰੀਕੇਡਿੰਗ ਹੈ ਉਹ ਕੀਤੀ ਗਈ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਵਾਇਓਲੇਸ਼ਨ ਕਰਦਾ ਹੈ ਨੇੜੇ ਤੇੜੇ ਉੱਥੇ ਉਹਦੇ ਖਿਲਾਫ ਮਾਮਲਾ ਜਿਹੜਾ ਹੈ ਉਹ ਦਰਜ ਕੀਤਾ ਜਾਊਗਾ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ। ਲੇਕਿਨ ਵਿਜੇ ਹੁਣ 22 ਸੈਕਟਰ ਯਾਨੀ ਕਿ ਚੰਡੀਗੜ੍ਹ ਦਾ ਸੈਕਟਰ 22 ਇਹ ਜਿਹੜਾ ਕਿਸਾਨੀ ਆਗੂ ਹੈ ਇਹਨਾਂ ਨੇ ਕ੍ਰਾਸ ਕਰ ਦਿੱਤਾ ਹੈ। ਯਾਨੀ ਕਿ ਅਸੀਂ ਕਹਿ ਸਕਦੇ ਹਾਂ ਕਿ ਹਜੇ ਤੱਕ ਕੋਈ ਬੈਰੀਕੇਡਿੰਗ ਨਹੀਂ ਮਿਲੀ ਹੈ ਤੇ ਇਹ ਅੱਗੇ ਵਧਣਗੇ, ਯਾਨੀ ਕਿ ਗਵਰਨਰ ਹਾਊਸ ਤੱਕ ਇਹ ਜਾਣਗੇ। ਉੱਥੇ ਜਾ ਕੇ ਜੇਕਰ ਇਹ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਆ ਤਾਂ ਪੁਲਿਸ ਐਕਸ਼ਨ ਲੈ ਸਕਦੀ ਹੈ। ਇਹ ਬੜਾ ਸਪਸ਼ਟ ਪੁਲਿਸ ਵੱਲੋਂ ਕਿਹਾ ਗਿਆ ਹੈ। ਪੁਲਿਸ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਸੀ, ਕੱਲ ਵੀ ਮੀਟਿੰਗ 'ਚ ਇਹੀ ਗੱਲ ਹੋਈ ਸੀ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵਾਇਓਲੇਸ਼ਨ ਹੁੰਦੀ ਹੈ ਤਾਂ ਕਿਸਾਨ ਜਿਹੜੇ ਆ ਉਹ ਖੁਦ ਰਿਸਪੌਂਸਿਬਲ ਹੋਣਗੇ। ਆਪਣੀ ਜਿਹੜਾ ਵੀ ਤੁਸੀਂ ਮਾਰਚ ਕਰ ਰਹੇ ਹੋ, ਕਿਉਂਕਿ ਬਾਰ-ਬਾਰ ਇਹੀ ਗੱਲ ਸਵੇਰ ਤੋਂ ਵੀ ਇਹੀ ਗੱਲ ਕੀਤੀ ਜਾ ਰਹੀ ਸੀ। ਜਿਹੜੇ ਵੱਡੇ ਲੀਡਰ ਹੈ ਕਿਸਾਨੀ, ਜਿਹੜੇ ਬਲਬੀਰ ਰਾਜੇਵਾਲ, ਕਾਦੀਆਂ, ਹੋਰ ਜਿਹੜੇ ਰੁਲਦੂਮਾਨ, ਉਹਨਾਂ ਵੱਲੋਂ ਸਾਫ਼ ਤੌਰ 'ਤੇ ਇਹ ਗੱਲ ਕੀਤੀ ਜਾ ਰਹੀ ਸੀ ਕਿ ਸਾਡਾ ਜਿਹੜਾ ਅੰਦੋਲਨ ਹੈ, ਸਾਡਾ ਜਿਹੜਾ ਅੱਜ ਦਾ ਪ੍ਰੋਟੈਸਟ ਹੈ ਉਹ ਪੀਸਫੁਲ ਤਰੀਕੇ ਨਾਲ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਾਇਓਲੇਸ਼ਨ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲਾਅ ਐਂਡ ਆਰਡਰ ਨੂੰ ਅਸੀਂ ਬ੍ਰੇਕ ਨਹੀਂ ਕਰਨਾ। ਲੇਕਿਨ ਹੁਣ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਬੈਰੀਕੇਡਿੰਗ ਜਿਹੜੀ ਹੈ ਉਹ ਬ੍ਰੇਕ ਕੀਤੀ ਗਈ ਹੈ, ਤਾਂ ਕਿਤੇ ਨਾ ਕਿਤੇ ਜ਼ਰੂਰ ਤਣਾਅ ਜਿਹੜੀ ਸਿਚੁਏਸ਼ਨ ਹੈ ਉਹ ਤਣਾਅ। ਮਨੋਜ, ਅਸੀਂ ਦੇਖ ਪਾ ਰਹੇ ਹਾਂ ਤਸਵੀਰਾਂ ਦੇ ਵਿੱਚ ਬਹੁਤ ਸਾਰੇ ਕਿਸਾਨ ਜਿਹੜੇ ਨੇ ਉਹ ਪੈਦਲ ਚੱਲ ਰਹੇ ਨੇ, ਪਰ ਵਿੱਚ ਟਰੈਕਟਰ ਨਜ਼ਰ ਆ ਰਹੇ ਨੇ, ਕੁਝ ਜੀਪਾਂ ਵਗੈਰਾ ਵੀ ਨਜ਼ਰ ਆਈਆਂ ਨੇ। ਸੋ ਵਹੀਕਲ ਕਿੰਨੇ ਕੁ ਨੇ ਇਸ ਰੋਡ ਤੇ, ਜਿਹੜੀ ਰੋਡ ਤੇ ਤੁਸੀਂ ਚੱਲ ਰਹੇ ਹੋ ਇਸ ਵੇਲੇ? ਜਿੰਨਾ ਕੁ ਅਸੀਂ ਸਮਝ ਪਾ ਰਹੇ ਹਾਂ ਦੇਖ ਕੇ, ਇਹ 22 ਸੈਕਟਰ ਤੋਂ ਸਿੱਧੀ ਬੱਸ ਅੱਡੇ ਵੱਲ ਰੋਡ ਜਾ ਰਹੀ ਹੈ ਔਰ ਬੱਸ ਅੱਡੇ ਤੋਂ ਅੱਗੇ ਲਾਈਟਾਂ ਕ੍ਰਾਸ ਕਰਕੇ ਸਿੱਧੀ ਗਵਰਨਰ ਹਾਊਸ ਤੱਕ ਇਹੀ ਰੋਡ ਜਾਂਦੀ ਹੈ। ਵਿਜੇ ਜਿਹੜੀ ਇਹ ਸੈਕਟਰ 22 ਤੋਂ ਕ੍ਰਾਸ ਕਰਕੇ ਬੱਸ ਅੱਡੇ ਤੋਂ ਸਿੱਧਾ ਅੱਗੇ ਜਿਹੜਾ ਗਵਰਨਰ ਦਾ ਜਿਹੜਾ ਰੋਡ ਹੈ। ਹਾਲਾਂਕਿ ਜਿਹੜੇ ਟਰੈਕਟਰ ਟਰਾਲੀ ਹੈ ਉਹ ਵੀ ਆਈ ਹੋਈ ਹੈ, ਪੈਦਲ ਜਿਹੜਾ ਹੈਗਾ ਮਾਰਚ ਉਹ ਜ਼ਿਆਦਾ ਹੋ ਰਿਹਾ, ਲੇਕਿਨ ਟਰੈਕਟਰ ਟਰਾਲੀਜ਼ ਵੀ ਹੁਣ ਇਹਦੇ ਵਿੱਚ ਜੁਆਇਨ ਹੋ ਚੁੱਕੀ ਹੈ। ਹਾਲਾਂਕਿ ਜਿਹੜੇ ਲੀਡਰਸ ਹੈ ਉਹਨਾਂ ਵੱਲੋਂ ਕਿਹਾ ਸੀਗਾ ਕਿ ਅਸੀਂ ਸਿਰਫ ਪੈਦਲ ਮਾਰਚ ਕਰਨਾ ਹੈ, ਲੇਕਿਨ ਹੁਣ ਟਰੈਕਟਰ ਟਰਾਲੀਜ਼ ਵੀ ਇੱਥੇ ਸ਼ੁਰੂ ਹੋ ਚੁੱਕੀ, ਕਿਉਂਕਿ ਜਿਹੜਾ ਸਮਾਂ ਹੈ, ਜਿਹੜਾ ਸਫ਼ਰ ਹੈ ਉਹ ਕਾਫੀ ਲੰਬਾ ਹੈ। ਕਿਉਂਕਿ ਮੋਹਾਲੀ ਅੰਬ ਸਾਹਿਬ ਗੁਰਦੁਆਰੇ ਤੋਂ ਜੇ ਅਸੀਂ ਗਵਰਨਰ ਹਾਊਸ ਦੀ ਗੱਲ ਕਰੀਏ ਤੇ ਕਰੀਬਨ 15 ਤੋਂ ਅਸੀਂ ਕਹਿ ਸਕਦੇ ਹਾਂ ਕਿ 15 ਤੋਂ 20 10 ਤੋਂ 15 ਕਿਲੋ 10 ਕਿਲੋਮੀਟਰ, ਕਰੀਬ 10 ਕਿਲੋਮੀਟਰ ਤੋਂ ਅਸੀਂ ਕਹਿ ਸਕਦੇ ਹਾਂ ਕਿ ਉੱਥੋਂ ਗਵਰਨਰ ਹਾਊਸ ਜਿਹੜਾ ਹੈਗਾ ਉਹ ਹੋਗਾ। ਹਾਲਾਂਕਿ ਹੁਣ ਤੇ 10 ਕਿਲੋਮੀਟਰ ਕਰੀਬ ਜਿਹੜਾ ਹੈਗਾ, ਇਹ ਜਿਹੜਾ ਟਰੈਕਟਰ ਟਰਾਲੀ ਤੁਸੀਂ ਦੇਖ ਸਕਦੇ ਹੋ, ਜਿਹੜੀ ਟਰੈਕਟਰ ਟਰਾਲੀਜ਼ ਹੈ ਇਹਦੇ ਤੇ ਵੀ ਭਰ ਕੇ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇੱਥੇ ਕਿਸਾਨ ਜਥੇਬੰਦੀਆਂ ਵੱਲੋਂ ਆਇਆ ਗਿਆ ਹੈ, ਜਿਹੜੇ ਬਜ਼ੁਰਗ ਨੇ। ਲੇਕਿਨ ਇਹ ਜਿਹੜੀ ਪੰਜਾਬ ਦੀ ਜਥੇਬੰਦੀ ਇੱਥੇ ਪਹੁੰਚੀ ਹੈ ਉਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਯੂਥ ਨੇ ਉਹ ਇੱਥੇ ਪਹੁੰਚੇ ਨੇ। ਯੂਥ ਇੱਥੇ ਜ਼ਿਆਦਾ ਜਿਹੜਾ ਹੈਂਡਲ ਕਰ ਰਹੇ ਨੇ, ਸਭ ਤੋਂ ਅੱਗੇ ਜਿਹੜਾ ਯੂਥ ਹੈ ਉਹ ਇੱਥੇ ਪਹੁੰਚਿਆ ਹੈ ਤੇ ਨਾਲ ਜਿਹੜੀ ਲੇਡੀਜ਼ ਨੇ, ਹੋਰ ਜਿਹੜੇ ਬਜ਼ੁਰਗ ਨੇ। ਕਿਉਂਕਿ ਸਭ ਤੋਂ ਵੱਡੀ ਗੱਲ ਹੈ ਵਿਜੇ, ਜਦ ਇੱਥੇ ਬੈਰੀਕੇਡਿੰਗ ਬ੍ਰੇਕ ਕੀਤੀ ਗਈ, ਚੰਡੀਗੜ੍ਹ ਪੁਲਿਸ ਨਾਲ ਧੱਕਾ ਮੁੱਕੀ ਹੋਈ ਔਰ ਜਿਹੜੇ ਟਰੈਕਟਰ ਟਰਾਲੀਜ਼ ਤੇ ਅੱਗੇ ਬੈਰੀਕੇਡ ਤੋੜੇ ਗਏ, ਉਹ ਸਾਰੇ ਅੱਗੇ ਯੂਥ ਸੀਗੇ, ਯਾਨੀ ਕਿ ਲੀਡਰਸ ਦੇ ਅੱਗੇ ਯੂਥ ਸੀਗੇ। ਯੂਥ ਵੱਲੋਂ ਇਹ ਸਾਰੀ ਬੈਰੀਕੇਡਿੰਗ ਜਿਹੜੀ ਹੈ ਉਹ ਬ੍ਰੇਕ ਕੀਤੀ ਗਈ। ਹਾਲਾਂਕਿ ਹੁਣ ਜਿਹੜਾ ਕਾਫਲਾ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਟ੍ਰੈਫਿਕ ਪੂਰੀ ਜਾਮ ਕਰ ਦਿੱਤੀ ਗਈ ਹੈ। ਚੰਡੀਗੜ੍ਹ ਦੀ ਜਿਹੜੀ ਵੀ ਟ੍ਰੈਫਿਕ ਡਾਇਵਰਜਨ ਹੈ ਉਹ ਕੀਤੀ ਗਈ ਹੈ, ਟ੍ਰੈਫਿਕ ਨੂੰ ਡਾਇਵਰਟ ਕੀਤਾ ਗਿਆ। ਜਿੱਥੇ ਵੀ ਟ੍ਰੈਫਿਕ ਹੈ ਉੱਥੇ ਸਾਰੀ ਜਾਮ ਜਿਹੜੀ ਹੈ ਉਹ ਲੱਗ ਚੁੱਕਾ ਹੈ, ਕਿਉਂਕਿ ਜਿਹੜਾ ਦੋਨੋਂ ਜਿਹੜੇ ਰੋਡ ਹੈ, ਜਿਹੜਾ ਤੁਸੀਂ ਗੱਲ ਵੀ ਕੀਤੀ ਸੈਕਟਰ 22 ਦੀ, ਹੋਰ ਜਿਹੜੇ ਸੈਕਟਰ 17 ਬੱਸ ਸਟੈਂਡ ਦੀ ਜਿਹੜੀ ਰੋਡ ਹੈ, ਉਹ ਸਾਰਾ ਜਿਹੜਾ ਰੋਡ ਹੈ ਉਹ ਬੰਦ ਕਰ ਦਿੱਤਾ ਗਿਆ ਹੈ। ਯਾਨੀ ਕਿ ਹੁਣ ਇੱਥੇ ਆਵਾਜਾਈ ਜਿਹੜੀ ਹੈ ਉਹ ਨਹੀਂ ਹੈ। ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਜਿਹੜੀ ਲੇਡੀਜ਼ ਨੇ, ਹੋਰ ਜਿਹੜੇ ਬਜ਼ੁਰਗ ਨੇ, ਉਹ ਲਗਾਤਾਰ ਚੱਲਦੇ ਜਾ ਰਹੇ ਹੈ। ਯਾਨੀ ਕਿ ਹੁਣ ਅੰਬ ਸਾਹਿਬ ਗੁਰਦੁਆਰਾ ਤੋਂ ਲੈ ਕੇ ਮਨੋਜ, ਕੁਝ ਮਹਿਲਾਵਾਂ ਨਾਲ ਗੱਲ ਕਰ ਸਕੋ ਤਾਂ ਉਹਨਾਂ ਦੇ ਕੀ ਜਜ਼ਬਾਤ ਨੇ, ਕਿਸ ਤਰੀਕੇ ਨਾਲ ਉਹ ਇਸ ਪੂਰੇ ਪ੍ਰੋਟੈਸਟ ਨੂੰ ਦੇਖ ਰਹੇ ਨੇ? ਕੀ ਉਹਨਾਂ ਨੂੰ ਵੀ ਕੋਈ ਉਮੀਦ ਹੈ ਵੀ ਅਗਲੇ ਦਿਨਾਂ ਦੇ ਵਿੱਚ ਮਸਲਾ ਹੱਲ ਹੋਏਗਾ? ਜਿਵੇਂ ਕਾਦੀਆਂ ਕਹਿ ਰਹੇ ਸੀਗੇ ਕਿ ਸਾਨੂੰ ਲੱਗਦਾ ਹੈ ਕਿ ਅਸੀਂ ਨੇੜੇ ਪਹੁੰਚ ਚੁੱਕੇ ਹਾਂ ਜਾਂ ਮਸਲਾ ਨੇੜੇ ਲੱਗ ਚੁੱਕਿਆ ਹੈ, ਸੋ ਅਗਲੇ ਦਿਨਾਂ ਦੇ ਵਿੱਚ ਹੱਲ ਹੋਣ ਦੀ ਉਮੀਦ ਵੱਧ ਸਕਦੀ ਹੈ। ਇੱਕ ਚੀਜ਼ ਉਹਨਾਂ ਨੇ ਹੋਰ ਬੜੀ ਇੰਪੋਰਟੈਂਟ ਕਹੀ ਕਿ ਉਹ ਕਿਸਾਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਕੋਈ ਬਦਲਵਾਂ ਪ੍ਰਸਤਾਵ ਦਿਓ, ਸਰਕਾਰ ਆਪ ਬਦਲਵਾਂ ਪ੍ਰਸਤਾਵ ਲੈ ਆਵੇ। ਇਹ ਵੀ ਹਰਮੀਤ ਕਾਦੀਆਂ ਹੁਣੇ ਕਹਿ ਰਹੇ ਸੀ। ਸੋ ਕਿਤੇ ਨਾ ਕਿਤੇ ਜੇ ਸਰਕਾਰ ਇਨੀਸ਼ੀਏਟਿਵ ਲਵੇ ਤਾਂ ਗੱਲ ਬਣ ਸਕਦੀ ਹੈ।
ਜੇ ਮਹਿਲਾਵਾਂ ਨਾਲ ਗੱਲ ਕਰ ਸਕੋ ਕੀ ਸੋਚਦੀਆਂ ਨੇ? ਬਿਲਕੁਲ ਵਿਜੇ, ਅਸੀਂ ਗੱਲਬਾਤ ਕਰਾਂਗੇ ਜਿਹੜੇ ਇੱਥੇ ਲੇਡੀਜ਼ ਪਹੁੰਚੀ ਹੈ ਤੇ ਬਜ਼ੁਰਗ ਤੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਉਹ ਕਿਸ ਤਰ੍ਹਾਂ ਵੇਖਦੇ ਆ। ਮੈਡਮ, ਤੁਸੀਂ ਅੱਜ ਪਹੁੰਚੇ ਹੋ ਕਿਸਾਨੀ ਅੰਦੋਲਨ ਵਿੱਚ, ਲਗਾਤਾਰ ਤੁਹਾਡਾ ਪ੍ਰੋਟੈਸਟ ਜਿਹੜਾ ਚੱਲ ਰਿਹਾ, ਤੁਸੀਂ ਗਵਰਨਰ ਹਾਊਸ ਤੱਕ ਜਾ ਰਹੇ ਹੋ, ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿ ਹੱਲ ਕੀ ਹੈ? ਕਿਉਂਕਿ ਜਨਵਰੀ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਕੋਈ ਮੀਟਿੰਗ ਜਿਹੜੀ ਹੈ ਉਹ ਨਹੀਂ ਹੋਈ। ਮੀਟਿੰਗਸ ਤਾਂ ਹੋਈਆਂ ਬਟ ਕਿਸਾਨਾਂ ਦੇ ਲਈ ਕੋਈ ਮੀਟਿੰਗ ਇਦਾਂ ਦੀ ਨਹੀਂ ਹੋਈ, ਕਿਉਂਕਿ ਹੁਣ ਜਿਹੜੇ ਅਸੀਂ ਇਨਸਾਨ ਦੇ, ਹੁਣ ਮੈਂ ਧੀਆਂ ਇੱਕ, ਠੀਕ ਆ, ਹੁਣ ਸਾਨੂੰ ਪਤਾ ਵਿੱਚ ਕੀ ਇੱਥੇ ਪਿੰਡਾਂ ਦੇ ਵਿੱਚ ਕੀ ਚੱਲ ਰਿਹਾ। ਜਦੋਂ ਅਸੀਂ ਕੋਈ ਜ਼ਮੀਨ ਨੂੰ ਕੁਝ ਵੀ ਅਸੀਂ ਝੋਨਾ ਲਾਉਂਦੇ ਆ, ਕਣਕ ਲਾਉਂਦੇ ਆ, ਉਹਦਾ ਲਾਸ ਕਿੰਨਾ ਹੁੰਦਾ, ਉਹਦਾ ਪ੍ਰੋਫਿਟ ਕਿੰਨਾ ਹੁੰਦਾ, ਉਹ ਕਿਸਾਨ ਨੂੰ ਪਤਾ। ਜਿਹੜੇ ਤੇ ਕੁਰਸੀਆਂ ਤੇ ਬੈਠ ਕੇ ਸਾਨੂੰ ਕਹਿੰਦੇ ਵੀ ਹੱਕ ਦੇਵਾਂਗੇ, ਉਹਨਾਂ ਨੂੰ ਕੀ ਪਤਾ ਕਿ ਇੱਥੇ ਕੀ ਪ੍ਰੋਫਿਟ ਐਂਡ ਲਾਸ ਹੋ ਰਿਹਾ। ਧੁੱਪਾਂ ਦੇ ਵਿੱਚ ਪਾਣੀ ਲਾਉਣਾ, ਵੱਟਾਂ ਪੋਚਣੀਆਂ, ਇਹ ਕਿਤੇ ਇਹਨਾਂ ਦੇ ਸੌਖਾ ਕੰਮ ਥੋੜੀ ਆ। ਫਿਰ ਉੱਥੇ ਬਾਅਦ ਚ ਅਜੇ ਤੱਕ 65% ਇੰਡੀਆ ਦੇ ਵਿੱਚ ਸੁਸਾਈਡ ਹੋ ਰਿਹਾ, ਉਹ ਵੀ ਕਿਸਾਨਾਂ ਦੇ। ਕਿਉਂ ਹੋ ਰਿਹਾ? ਕਿਉਂਕਿ ਉਹਨਾਂ ਨੂੰ ਲਾਸ ਹੋ ਰਿਹਾ, ਪ੍ਰੋਫਿਟ ਕੋਈ ਨਹੀਂ ਹੋ ਰਿਹਾ। ਸਰਕਾਰ ਕਹਿੰਦੀ ਹੈ ਕਿਸਾਨਾਂ ਨੂੰ ਸਮਝ ਨਹੀਂ ਹੈ ਕਾਨੂੰਨਾਂ ਦੀ, ਉਹ ਸਮਝ ਨਹੀਂ ਪਾ ਰਹੇ। ਇਸ ਨੂੰ ਲੈ ਕੇ ਇਹ ਲੜਕੀਆਂ ਕੀ ਸੋਚਦੀਆਂ ਨੇ? ਮੰਤਰੀ ਹੈ ਉਹ ਕਹਿ ਰਹੇ ਕਿ ਕਿਸਾਨਾਂ ਨੂੰ ਹਜੇ ਤੱਕ ਸਮਝ ਨਹੀਂ ਆ ਰਹੀ, ਜਿਹੜੇ ਅਸੀਂ ਕਾਨੂੰਨ ਬਣਾਏ ਉਹ ਬਿਲਕੁਲ ਠੀਕ ਹੈ। ਬਿਲਕੁਲ ਠੀਕ ਉਹਨਾਂ ਲਈ ਹੋਣਗੇ ਪਰ ਸਾਡੇ ਲਈ ਨਹੀਂ ਆ, ਕਿਉਂਕਿ ਇੱਕ ਪਾਸੇ ਦੇਖਿਆ ਜਾਵੇ ਸਹੀ ਵੀ ਨੇ ਪਰ ਕਿਸਾਨਾਂ ਦੀ ਤਰਫ ਤੋਂ ਦੇਖਿਆ ਜਾਵੇ ਬਿਲਕੁਲ ਵੀ ਸਹੀ ਨਹੀਂ ਗਏ। ਕਿਉਂਕਿ ਜਿੰਨਾ ਉਹਨਾਂ ਨੂੰ MSP ਜਿਹੜੇ ਹੁਣ ਕਹਿ ਰਹੇ ਲਾਗੂ ਕਰਨ ਲਈ, ਜੇ ਉਹੀ ਨਾ ਮਿਲੇ ਤਾਂ ਉਹਨੂੰ ਪ੍ਰੋਫਿਟ ਕੀ ਮਿਲੂਗਾ? ਤੇ ਜੇ ਉਹੀ ਇਹ ਵਗਦੇ ਰਹਿਣਗੇ ਕਿ ਇੱਧਰ ਲੈ ਗਏ ਆਪਦੀ ਫਸਲ, ਕਿਤੇ ਇੱਧਰ ਲੈ ਗਏ, ਉਹਦਾ ਕੀ ਫਾਇਦਾ ਰਹੂਗਾ? ਬਿਲਕੁਲ। ਕੱਲ ਵੀ ਜਿਹੜੇ ਤੋਮਰ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਕੋਈ ਅਸੀਂ ਗੱਲਬਾਤ ਕਰਨ ਨੂੰ ਤਿਆਰ ਹੈ ਕਿ ਕੋਈ ਪ੍ਰਸਤਾਵ ਜਿਹੜਾ ਹੈ ਕਿਸਾਨ ਇਸ ਤੋਂ ਵਕਤ ਪ੍ਰਸਤਾਵ ਜਿਹੜਾ ਹੈ ਉਹ ਲੈ ਕੇ ਆਣ। ਤੋਮਰ ਜਿਹੜੇ ਹੈਗੇ ਕਿਸੇ ਮੰਤਰੀ, ਉਹਨਾਂ ਵੱਲੋਂ ਕਿਹਾ ਗਿਆ ਅਸੀਂ ਗੱਲਬਾਤ ਨੂੰ ਕਰਨ ਨੂੰ ਤਿਆਰ ਹੈ। ਗੱਲਬਾਤ ਉਹਨਾਂ ਨੇ ਹਜੇ ਤੱਕ ਇੰਨੀਆਂ ਗੱਲਾਂ ਬਾਤਾਂ ਕੀਤੀਆਂ, ਉਹਨਾਂ ਦਾ ਤਾਂ ਕੋਈ ਨਤੀਜਾ ਨਹੀਂ ਨਿਕਲਿਆ। ਹਜੇ ਉਹਨਾਂ ਦੀਆਂ ਗੱਲਾਂ ਬਾਤਾਂ ਅਸੀਂ ਸੁਣਦੇ ਆ ਰਹੇ ਹਾਂ। ਜੇ ਸਾਨੂੰ ਕੋਈ ਨਤੀਜਾ ਮਿਲਦਾ, ਜੇ ਸਾਨੂੰ ਕੋਈ ਵਧੀਆ ਹੱਕ ਮਿਲਦਾ, ਫੇਰ ਹੀ ਅਸੀਂ ਕਹਿੰਦੇ। ਪਰ ਜਦੋਂ ਸਾਨੂੰ ਹਜੇ ਤੱਕ ਕੋਈ ਹੱਕ ਹੀ ਨਹੀਂ ਮਿਲਿਆ, ਹਜੇ ਤੱਕ ਸਾਨੂੰ ਕੋਈ ਵਧੀਆ ਨਤੀਜਾ ਨਹੀਂ ਮਿਲਿਆ, ਤਾਂ ਅਸੀਂ ਕਿਵੇਂ ਘਰਾਂ 'ਚ ਡੱਕ ਕੇ ਬੈਠ ਸਕਦੇ ਹਾਂ? ਪਹਿਲੀ ਗੱਲ, ਸਾਡੀ ਜ਼ਿੰਦਗੀ ਬਰਬਾਦ ਹੋ ਰਹੀ ਹੈ, ਸਾਡੇ ਸਕੂਲ ਬੰਦ ਹੋ ਰਹੇ ਨੇ, ਜਿਹੜੇ ਠੇਕੇ ਨੇ ਉਹ ਤਾਂ ਹਜੇ ਤੱਕ ਵੀ ਖੁੱਲੇ ਨੇ। ਇਹ ਕਿੱਧਰਲਾ ਇਨਸਾਫ ਆ? ਠੀਕ ਹੈ। ਤੇ ਵਿਜੇ, ਇਹ ਜ਼ਰੂਰ ਜਿਹੜਾ ਗੁੱਸਾ ਹੈ ਉਹ ਤੁਸੀਂ ਵੇਖ ਸਕਦੇ ਹੋ, ਚਾਹੇ ਯੂਥ ਹੋਵੇ, ਚਾਹੇ ਲੇਡੀਜ਼ ਹੋਵੇ, ਧੀ ਹੋਵੇ, ਭੈਣ ਹੋਵੇ, ਉਹਨਾਂ ਦਾ ਇਹੀ ਗੱਲ ਕਹਿਣਾ ਹੈ ਕਿ ਜਿਸ ਤਰ੍ਹਾਂ ਦੀ ਹੁਣ ਸਿਚੁਏਸ਼ਨ ਚੱਲ ਰਹੀ ਹੈ ਉਹ ਕਾਫੀ ਜਿਹੜੀ ਹੈ ਪੰਜਾਬ 'ਚ ਤੁਸੀਂ ਆ ਕੇ ਵੇਖੋ ਕਿ ਹੁਣ ਸਿਚੁਏਸ਼ਨ ਕੀ ਹੈ। ਲਗਾਤਾਰ ਜਿਹੜੇ 7 ਮਹੀਨੇ ਪੂਰੇ ਹੋ ਚੱਲੇ ਨੇ ਅੱਜ ਕਿਸਾਨੀ ਅੰਦੋਲਨ ਨੂੰ ਵੇਖਦੇ ਹੋਏ, ਤੇ ਇਹ ਸਾਰੀ ਚੀਜ਼ਾਂ ਜਿਹੜੀ ਗਰਾਊਂਡ ਜ਼ੀਰੋ ਤੇ ਤੁਸੀਂ ਵੇਖੋ, ਇਹ ਸਾਰੇ ਐਲੀਗੇਸ਼ਨ ਜਿਹੜੇ ਲਾਉਂਦੇ ਨਜ਼ਰ ਆ ਰਹੇ ਨੇ ਕਿ ਹੁਣ ਕਿਸ ਤਰ੍ਹਾਂ ਉਹਨਾਂ ਦੀ ਸਕੂਲਾਂ ਦੀ ਪੜ੍ਹਾਈ ਜਿਹੜੀ ਹੈ ਉਹ ਖਰਾਬ ਹੋ ਰਹੀ ਹੈ। ਕਈ ਚੀਜ਼ਾਂ ਇਹਦੇ ਵਿੱਚ ਤਸਵੀਰਾਂ ਦਿਖਾਉਂਦੇ ਰਹੋ ਮਨੋਜ ਨਾਲ। ਲੇਕਿਨ ਹੁਣ ਕੋਸ਼ਿਸ਼ ਅਸੀਂ ਕਰਾਂਗੇ, ਇੱਥੇ ਜਿਹੜਾ ਰੋਡ ਹੈ ਉਹ ਪੂਰਾ ਜਾਮ ਹੋ ਚੱਲਿਆ। ਸੈਕਟਰ 22 ਅਰੋਮਾ ਲਾਈਟ ਪੁਆਇੰਟ ਦੀਆਂ ਤਸਵੀਰਾਂ ਨੇ, ਜਿੱਥੇ ਇਹ ਜਿਹੜਾ ਇਹਨਾਂ ਦਾ ਕਿਸਾਨਾਂ ਦਾ ਜਿਹੜਾ ਪੂਰਾ ਕਾਫਲਾ ਹੈ ਉਹ ਨਿਕਲ ਰਿਹਾ। ਲੇਕਿਨ ਜਿਹੜੀ ਟ੍ਰੈਫਿਕ ਹੈ, ਜਿਹੜੀ ਚੰਡੀਗੜ੍ਹ ਦੀ ਟ੍ਰੈਫਿਕ ਹੈ, ਉਹ ਪੂਰੀ ਚੌਕ ਹੋ ਚੁੱਕੀ ਹੈ। ਅਸੀਂ ਕਹਿ ਸਕਦੇ ਹਾਂ ਕਿ ਪੂਰੀ, ਹਾਲਾਂਕਿ ਟ੍ਰੈਫਿਕ ਪੁਲਿਸ ਵੱਲੋਂ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ ਕਿ ਟ੍ਰੈਫਿਕ ਡਾਇਵਰਜਨ ਕੀਤੀ ਜਾਵੇ, ਲੇਕਿਨ ਠੀਕ ਹੈ ਮਨੋਜ, ਤੁਸੀਂ ਤਸਵੀਰਾਂ ਦਿਖਾਉਂਦੇ ਰਹੋ। ਅਸੀਂ ਸਮਝ ਸਕਦੇ ਹਾਂ ਇਸ ਵੇਲੇ ਗਰਮੀ ਬਹੁਤ ਹੈ, ਮਾਹੌਲ ਜਿਹੜਾ ਹੈ ਉਹ ਬਹੁਤ ਜ਼ਿਆਦਾ, ਜਿਹੜਾ ਐਟਮੋਸਫੀਅਰ ਹੈ, ਵਾਤਾਵਰਨ ਹੈ, ਉਸ 'ਚ ਬਹੁਤ ਜ਼ਿਆਦਾ ਗਰਮੀ ਹੈ ਔਰ ਬੜੀ ਮੁਸ਼ਕਿਲ ਹੁੰਦਾ ਹੈ ਇੱਕ ਪੱਤਰਕਾਰ ਦੇ ਤੌਰ ਤੇ ਵੀ ਇਸ ਐਸੇ ਪੂਰੇ ਪ੍ਰੋਟੈਸਟ ਨੂੰ ਨਾਲ ਪੈਦਲ ਚੱਲ ਕੇ ਕਵਰ ਕਰਨਾ। ਉਸ ਸਥਿਤੀ ਨੂੰ ਵੀ ਅਸੀਂ ਸਮਝ ਸਕਦੇ ਹਾਂ। ਤਸਵੀਰਾਂ ਤੁਸੀਂ ਦਿਖਾਉਂਦੇ ਰਹੋ। ਸਾਡੇ ਹੋਰ ਸਹਿਯੋਗੀ ਵੀ ਜੁੜੇ ਹੋਏ ਨੇ, ਰੋਹਿਤ ਬੰਸਲ ਸਾਡੇ ਤੱਕ ਜਾਣਕਾਰੀ ਪਹੁੰਚਾਉਂਦੇ ਰਹੇ ਨੇ, ਸਾਡੇ ਤੱਕ ਅੰਕਿਤ ਦੁਦਾਨੀ ਸਾਡੇ ਸਹਿਯੋਗੀ ਜਾਣਕਾਰੀ ਪਹੁੰਚਾ ਰਹੇ ਨੇ। ਅੰਕਿਤ ਦਾ ਰੁਖ ਕਰ ਲੈਂਦੇ हैं कुछ देर चंडीगढ़ पंचकूला बॉर्डर। तो अंकित, हमने एक तस्वीर आज से 7 महीने पहले देखी थी, वो हरियाणा बॉर्डर की तस्वीर थी और कैसे जो किसान थे वो वहां से निकले थे बैरिकेडिंग तोड़कर। आज एक और तस्वीर हम देख पा रहे हैं। अभी तक किसान वहां कब तक पहुंचेंगे ये आपसे जानना चाहेंगे तस्वीरों के जरिए, और क्या उस तस्वीर को आज की तस्वीर के साथ कंपैरिजन कर सकते हैं क्या? बिल्कुल विजयपाल, आप देखिए कि किसान अब पहुंचने शुरू हो गए हैं। आप देखिए इधर पुलिस की बैरिकेडिंग है, पूरी तरह से पुलिस ने बैरिकेडिंग कर रखी है, और ये हरियाणा का पक्ष है, ये हरियाणा की साइड है, तो हरियाणा पुलिस लगी हुई है, बैरिकेडिंग कर रखी है। आगे पुलिस है, उससे आगे महिला पुलिस है। 3 जो लेयर है वो यहाँ बनाई गई है। और आप इस साइड देखिए, यहाँ ये कुछ संख्या में अभी किसान पहुंचे हैं, अभी 10-20 किसान पहुंचे हैं, लेकिन पीछे जो संख्या है वो बड़ी भारी संख्या आ रही है, और वो धीरे धीरे करके आ रहे हैं। रास्ते में कहीं कांग्रेस नेता जो हैं, पूर्व मुख्यमंत्री चंद्रमोहन, उन्होंने भी चाय पानी की व्यवस्था
व्यवस्था उनके लिए की थी, तो वहाँ भी रुके वो, और वहाँ से अब धीरे धीरे किसान यहाँ पहुँच रहे हैं। और इससे जो ये 3 लेयर की बैरिकेडिंग हरियाणा की तरफ से की गई है, आप देख सकते हैं कि यहाँ वज्र वाहन लगाया गया है, आंसू गैस के लिए लगाया गया है, और जो पानी की बौछारें हैं उसके लिए लगाया गया है, गाड़ी लगाई गई है। और इसके लगभग 50 मीटर और आगे चल करके ऐसी ही 3 लेयर बैरिकेडिंग चंडीगढ़ पुलिस की है। वहाँ भी इसी तरह से महिला पुलिस है, उसके बाद जो जनाना पुलिस है वो दोनों है, और फिर उसके बाद जो है कहीं ना कहीं वहाँ आगे जा करके जो वो लगे हुए हैं, बैरिकेडिंग लगी हुई है, और तो कहीं ना कहीं पूरी तरह से पुख्ता प्रबंध जो हैं वो यहाँ किए गए हैं। और पुख्ता प्रबंध के नाते, क्योंकि लगातार जो नेता हैं, किसान नेता, वो भी यही कह रहे हैं कि हाउसिंग बोर्ड पे जहां बैरिकेडिंग की गई है वहां से आगे किसी को नहीं जाना है, वहां से एक प्रतिनिधि मंडल जो किसानों का होगा वो यहां से आगे बढ़ेगा, और वो जाकर के राज्यपाल जो है सत्यदेव नारायण आर्य, हरियाणा के राज्यपाल हैं, उनको ज्ञापन सौंप करके आएगा, और राष्ट्रपति के नाम कि 3 कृषि कानून जो हैं, 3 कृषि कानूनों को वापस लिया जाए। क्योंकि आज 7 महीने हो चुके हैं, और आज 7 महीने जब हो चुके हैं तो बिल्कुल आपने जो प्रश्न पूछा कि कहीं ना कहीं नवंबर 26 का जो एक माहौल था वो भी कुछ इसी तरह का माहौल था कि लगातार अलग अलग जगहों से किसान निकले थे, और अलग अलग जगहों से किसान बैरिकेडिंग तोड़ते हुए, वो चाहे शंभू बॉर्डर की बात करें, वो चाहे उधर टीकरी बॉर्डर पर पहुंचे, यहाँ सिंघू बॉर्डर पर पहुंचे, हरियाणा को पार करते हुए पहुंचे, वो करनाल कहें, कुरुक्षेत्र कहें, अंबाला कहें, पानीपत कहें, आगे सोनीपत कहें, तो आगे पार करते हुए सिंघू बॉर्डर तक पहुंचे। उधर अगर बात की जाए तो सिरसा से जींद, जींद से रोहतक, रोहतक से बहादुरगढ़ होते हुए टीकरी बॉर्डर तक किसान पहुंचे थे। और आज जो ये कार्यक्रम रखा गया है वो इसीलिए कार्यक्रम रखा गया है कि 7 महीने हो चुके हैं आंदोलन को, लेकिन लगातार वो आंदोलन चल रहा है। अभी तक जो सरकार है वो एक ही बात कह रही है, एक ही राग अलाप रही है कि इन कृषि कानूनों में काला क्या है वो हमें बताएं, और कृषि कानून वापस नहीं होंगे, और किसी भी तरह कृषि कानून वापस नहीं होंगे। ये आज भी खेतीबाड़ी मंत्री नरेंद्र तोमर ने साफ कर दिया है कि अगर उसके अलावा कोई बातचीत करनी है, कोई बातचीत अगर करना चाहते हैं तो वो बातचीत के लिए तैयार हैं, लेकिन खेतीबाड़ी मंत्री ने यह साफ कर दिया है कि ये 3 कृषि कानून वापस नहीं होंगे। लेकिन किसान भी अड़े हुए हैं, उनका साफ तौर पर यही कहना है कि जब तक कानून वापसी नहीं तब तक घर वापसी नहीं। तो